ਜੀ ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ 10ਵੀਂ ਕਲਾਸ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਗੁਰੂ ਅਮਰਦਾਸ ਜੀ ਦੀ ਗੁਰਬਾਣੀ ਆਨੰਦ ਭਇਆ ਮੇਰੀ ਮਾਏ ਜੋ ਕਿ ਗੁਰਮਤਿ ਕਾਵਿ ਧਾਰਾ ਦਾ ਇੱਕ ਅੰਗ ਹੈ। ਆਓ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ ਗੁਰੂ ਅਮਰਦਾਸ ਜੀ ਦੀ ਗੁਰਬਾਣੀ ਰਚਨਾ ਬਾਰੇ। ਗੁਰੂ ਅਮਰਦਾਸ ਜੀ ਛੇਵੇਂ ਪਾਤਸ਼ਾਹੀ ਹਨ ਸਿੱਖ ਧਰਮ ਦੇ। ਸੋ ਜਿਵੇਂ ਕਿ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ ਰਚਨਾ ਕੀਤੀ, ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਇਸ ਪਰੰਪਰਾ ਨੂੰ ਜਾਰੀ ਰੱਖਿਆ। ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਅਤੇ ਇਹ ਜਿਹੜਾ ਸਿਲਸਿਲਾ ਅੱਗੇ ਚੱਲਦਾ ਗਿਆ। ਅਤੇ ਜਿਹੜੇ ਗੁਰੂਆਂ ਦੇ ਵਿੱਚ ਬੇਟਾ ਸਭ ਤੋਂ ਵੱਧ ਜਿਹੜੀ ਗੁਰਬਾਣੀ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲਿਖੀ ਗਈ ਹੈ। ਸੋ ਆਓ ਅਸੀਂ ਗੁਰੂ ਅਮਰਦਾਸ ਜੀ ਦੁਆਰਾ ਲਿਖਤ ਇਹ ਜੋ ਗੁਰਬਾਣੀ ਹੈ ਆਨੰਦ ਭਿਆ ਮੇਰੀ ਮਾਏ। ਸੋ ਬੇਟਾ ਜਿਹੜਾ ਆਨੰਦ ਸਾਹਿਬ ਦਾ ਅਸੀਂ ਪਾਠ ਕਰਦੇ ਹਾਂ, ਚਾਹੇ ਸਾਡਾ ਖੁਸ਼ੀ ਦਾ ਕੋਈ ਫੰਕਸ਼ਨ ਹੋਵੇ ਜਾਂ ਗਮੀ ਦਾ ਹੋਵੇ, ਇਹ ਆਨੰਦ ਬਾਣੀ ਨੂੰ ਅਸੀਂ ਹਰ ਥਾਂ, ਹਰ ਖੁਸ਼ੀ, ਹਰ ਗਮੀ ਦੇ ਵਿੱਚ ਪੜ੍ਹਦੇ ਹਾਂ। ਸੋ ਜੋ ਆਨੰਦ ਭਿਆ ਮੇਰੀ ਮਾਏ ਬਾਣੀ ਹੈ, ਇਸ ਦੇ ਵਿੱਚ ਗੁਰੂ ਅਮਰਦਾਸ ਜੀ ਕੀ ਸੁਨੇਹਾ ਦਿੰਦੇ ਹਨ, ਆਓ ਜਾਣਦੇ ਹਾਂ ਪ੍ਰਸੰਗ ਸਾਹਿਤ ਵਿਆਖਿਆ ਦੇ ਮਾਧਿਅਮ ਰਾਹੀਂ। ਆਨੰਦ ਭਿਆ ਮੇਰੀ ਮਾਏ ਸਤਿ ਗੁਰੂ ਮੈਂ ਪਾਇਆ, ਸਤਿ ਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿ ਗੁਰੂ ਮੈਂ ਪਾਇਆ। ਸੋ ਬੇਟਾ ਆਓ ਜਾਣਦੇ ਹਾਂ ਪ੍ਰਸੰਗ ਦੇ ਵਿੱਚ ਅਸੀਂ ਜਿਹੜਾ ਤੁਹਾਨੂੰ ਨਾਲ ਪਹਿਲਾਂ ਵਿਚਾਰ ਕੀਤਾ ਹੈ ਕਿ ਪ੍ਰਸੰਗ ਦੇ ਵਿੱਚ ਅਸੀਂ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਦੇਣਾ ਹੈ। ਜਿਵੇਂ ਕਿ ਇਹ ਕਾਵਿ ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਵਿੱਚੋਂ ਲਿਆ ਗਿਆ ਹੈ। ਇਹ ਸਾਹਿਤਮਾਲਾ ਪੁਸਤਕ ਵਿੱਚ ਆਨੰਦ ਭਇਆ ਮੇਰੀ ਮਾਏ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਜੀਵ ਆਪਣੀ ਸਾਰੀ ਉਮਰ ਮੋਹ ਮਾਇਆ ਦੇ ਹੱਥਾਂ ਵਿੱਚ ਨੱਚਦਾ ਰਹਿੰਦਾ ਹੈ ਅਤੇ ਦੁਖੀ ਰਹਿੰਦਾ ਹੈ। ਜਿਸ ਉੱਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੈ, ਉਸ ਦੀ ਦੁੱਖਾਂ ਤੋਂ ਨਿਵਰਤੀ ਹੁੰਦੀ ਹੈ ਅਤੇ ਮਨ ਵਿੱਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ। ਸੋ ਆਓ ਜਾਣਦੇ ਹਾਂ ਬੇਟਾ ਇਸ ਗੁਰਬਾਣੀ ਦੇ ਆਨੰਦ, ਗੁਰਬਾਣੀ ਦੇ ਮਾਧਿਅਮ ਰਾਹੀਂ ਗੁਰੂ ਜੀ ਕੀ ਫਰਮਾਉਣਾ ਕਰਦੇ ਹਨ। ਵਿਆਖਿਆ ਹੈ ਕਿ ਗੁਰੂ ਜੀ ਫਰਮਾਉਂਦੇ ਹਨ ਕਿ ਹੇ ਮੇਰੀ ਮਾਂ, ਮੇਰੇ ਅੰਦਰ ਪੂਰਨ ਖਿੜਾਓ ਪੈਦਾ ਹੋ ਗਿਆ ਹੈ ਕਿਉਂਕਿ ਮੈਨੂੰ ਗੁਰੂ ਮਿਲ ਗਿਆ ਹੈ। ਮੈਨੂੰ ਗੁਰੂ ਮਿਲਿਆ ਹੈ ਅਤੇ ਨਾਲ ਹੀ ਅਡੋਲ ਅਵਸਥਾ ਵੀ ਪ੍ਰਾਪਤ ਹੋ ਗਈ ਹੈ। ਭਾਵ ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣ ਤੋਂ ਹਟ ਗਿਆ ਹੈ। ਮੇਰੇ ਮਨ ਵਿੱਚ ਖੁਸ਼ੀਆਂ ਦੇ ਬਾਜੇ ਵੱਜ ਪਏ ਹਨ। ਸੋਹਣੇ ਰਾਗ ਆਪਣੇ ਪਰਿਵਾਰ ਅਤੇ ਰਾਣੀਆਂ ਸਮੇਤ ਮੇਰੇ ਮਨ ਵਿੱਚ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਉਣ ਆ ਗਏ ਹਨ। ਹੇ ਮੇਰੀ ਮਾਂ, ਤੁਸੀਂ ਵੀ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਵੋ। ਜਿਨ੍ਹਾਂ ਨੇ ਸਿਫਤ ਸਲਾਹ ਦਾ ਸ਼ਬਦ ਮਨ ਵਿੱਚ ਵਸਾਇਆ ਹੈ ਉਹਨਾਂ ਦੇ ਮਨ ਅੰਦਰ ਪੂਰਨ ਖੜਾਓ ਪੈਦਾ ਹੋ ਗਿਆ ਹੈ। ਨਾਨਕ ਆਖਦਾ ਹੈ ਮੇਰੇ ਅੰਦਰ ਵੀ ਆਨੰਦ ਪੈਦਾ ਹੋ ਗਿਆ ਹੈ ਕਿਉਂਕਿ ਮੈਨੂੰ ਸਤਿਗੁਰੂ ਮਿਲ ਪਿਆ ਹੈ। ਅੱਗੇ ਪੜ੍ਹਦੇ ਹਾਂ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੋ ਬੱਚੇ ਪ੍ਰਸੰਗ ਦੇ ਵਿੱਚ ਅਸੀਂ ਜਿਵੇਂ ਉੱਪਰ ਦੱਸਿਆ ਹੈ ਤੁਸੀਂ ਐਜ਼ ਇਟ ਐਜ਼ ਉਸੇ ਤਰ੍ਹਾਂ ਲਿਖਣਾ ਹੈ। ਸੋ ਆਓ ਵਿਆਖਿਆ ਦੇ ਮਾਧਿਅਮ ਰਾਹੀਂ ਜਾਣਦੇ ਹਾਂ ਕਿ ਗੁਰੂ ਜੀ ਕੀ ਸਮਝਾਉਣਾ ਕਰਦੇ ਹਨ। ਵਿਆਖਿਆ। ਗੁਰੂ ਜੀ ਫਰਮਾਉਂਦੇ ਹਨ ਕਿ ਇਹ ਮੇਰੇ ਮਨ ਤੋਂ ਸਦਾ ਪ੍ਰਭੂ ਦੇ ਨਾਲ ਜੁੜਿਆ ਰਿਹਾ ਕਰ। ਮਨ ਨੂੰ ਸਮਝਾਉਂਦੇ ਨੇ ਕਿ ਇਹ ਮੇਰੇ ਮਨ ਤੂੰ ਸਦਾ ਪ੍ਰਭੂ ਦੇ ਨਾਲ ਜੁੜਿਆ ਰਿਹਾ ਕਰ। ਹੇ ਮੇਰੇ ਮਨ,
ਤੂੰ ਸਦਾ ਪ੍ਰਭੂ ਨੂੰ ਯਾਦ ਰੱਖ। ਉਹ ਪ੍ਰਭੂ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ। ਉਹ ਹਰ ਸਮੇਂ ਤੇਰੇ ਨਾਲ ਰਹਿ ਕੇ ਤੇਰੇ ਸਾਰੇ ਕੰਮ ਸਵਾਰਦਾ ਹੈ। ਉਹ ਤੇਰੇ ਸਾਰੇ ਕੰਮ ਸਿਰੇ ਚਾੜਨ ਦੇ ਸਮਰੱਥ ਹੈ। ਹੇ ਭਾਈ, ਉਸ ਮਾਲਕ ਨੂੰ ਕਿਉਂ ਆਪਣੇ ਮਨ ਤੋਂ ਭੁਲਾਇਆ ਹੈ, ਜੋ ਸਾਰੇ ਕੰਮ ਕਰਨ ਯੋਗ ਹੈ। ਨਾਨਕ ਸਾਹਿਬ ਜੀ ਆਖਦੇ ਹਨ, ਹੇ ਮੇਰੇ ਮਨ, ਤੂੰ ਸਦਾ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹਿ। ਆਓ ਜੀ, ਇਸ ਗੁਰਬਾਣੀ ਦੇ ਜੋ ਕੇਂਦਰੀ ਭਾਵ ਅਰਥ ਹਨ, ਕੇਂਦਰੀ ਅਰਥ ਹਨ, ਉਹਨਾਂ ਨੂੰ ਜਾਣਦੇ ਹਾਂ ਕਿ ਪ੍ਰਮਾਤਮਾ ਦੀ ਮਿਹਰ ਨਾਲ ਜਦੋਂ ਮਨੁੱਖ ਨੂੰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਸ ਦੇ ਉਪਦੇਸ਼ ਨਾਲ ਮਨੁੱਖ ਦੀ ਮਾਇਆ ਦੀ ਭਟਕਣ ਦੂਰ ਹੋ ਜਾਂਦੀ ਹੈ। ਉਸ ਦੀ ਦੁੱਖਾਂ ਕਲੇਸ਼ਾਂ ਤੋਂ ਨਿਵਰਤੀ ਹੁੰਦੀ ਹੈ ਅਤੇ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜਿਆ ਮਨ ਅਡੋਲ ਆਨੰਦ ਦੀ ਪ੍ਰਾਪਤ ਅਵਸਥਾ ਵਿੱਚ ਟਿਕ ਜਾਂਦਾ ਹੈ। ਸੋ ਜਦੋਂ ਪ੍ਰਮਾਤਮਾ ਦੀ ਮਿਹਰ ਸਵੱਲੀ ਹੁੰਦੀ ਹੈ, ਉਹਦੇ ਵਿੱਚ ਬੇਟਾ ਜਿਹੜਾ ਸਾਡਾ ਮਨ ਹੈ ਇੱਧਰ ਉੱਧਰ ਭਟਕਦਾ, ਭਟਕਣਾ ਦੂਰ ਹੋ ਜਾਂਦੀ ਹੈ। ਦੁੱਖਾਂ ਕਲੇਸ਼ਾਂ ਦੇ ਵਿੱਚੋਂ ਮਨੁੱਖ ਨਿਕਲ ਜਾਂਦਾ। ਜੇ ਦੁੱਖ ਆ ਤਾਂ ਵੀ ਉਸ ਦਾ ਭਾਣਾ ਮੰਨ ਕੇ ਉਹ ਮਨੁੱਖ ਸਵੀਕਾਰ ਕਰਦਾ, ਜੇ ਖੁਸ਼ੀ ਆ ਤਾਂ ਵੀ ਪ੍ਰਮਾਤਮਾ ਦੇ ਭਾਣੇ ਵਿੱਚ ਹੀ ਰਹਿੰਦਾ ਹੈ। ਜੋ ਵੀ ਉਹ ਸਿਫਤ ਸਲਾਹ ਕਰਦਾ ਪ੍ਰਮਾਤਮਾ ਦੀ, ਉਹਦੇ ਵਿੱਚ ਜਿਹੜਾ ਉਹਦਾ ਮਨ ਹੈ ਉਹ ਕਦੇ ਵੀ ਕਿਸੇ ਕਾਰਜ ਨੂੰ ਕਰਨ ਦੇ ਵਿੱਚ ਅਡੋਲ ਨਹੀਂ ਹੁੰਦਾ, ਭਾਵ ਡਰਦਾ ਨਹੀਂ। ਸੋ ਉਹ ਦ੍ਰਿੜ ਰਹਿ ਕੇ ਪ੍ਰਮਾਤਮਾ ਦੇ ਵਿੱਚ ਰਹਿ ਕੇ ਆਨੰਦ ਦੀ ਅਵਸਥਾ ਮਹਿਸੂਸ ਕਰਦਾ ਹੈ। ਸੋ ਆਨੰਦ ਬਾਣੀ ਪ੍ਰਮਾਤਮਾ ਦੇ ਨਾਲ ਇੱਕਮਿਕਤਾ ਨੂੰ ਸਾਡੇ ਸਾਹਮਣੇ ਪੇਸ਼ ਕਰਦੀ ਹੈ ਕਿ ਜਿਹੜੇ ਪ੍ਰਮਾਤਮਾ ਦੀ ਬੰਦਗੀ ਕਰਦੇ ਹਨ ਉਹਨਾਂ ਦੀ ਮਾਨਸਿਕ ਅਵਸਥਾ ਕਿਸ ਪ੍ਰਕਾਰ ਦੀ ਹੋ ਜਾਂਦੀ ਹੈ। ਸੋ ਆਓ ਇਸ ਬਾਣੀ ਨਾਲ ਸੰਬੰਧਿਤ ਜਿਹੜੇ ਵਸਤੂਨਿਸ਼ਟ ਸਵਾਲ ਨੇ ਉਹਨਾਂ 'ਤੇ ਝਾਤ ਪਾਉਂਦੇ ਹਾਂ ਕਿ ਆਨੰਦ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ। ਉੱਤਰ ਹੈ ਸਤਿਗੁਰੂ ਦੀ ਪ੍ਰਾਪਤੀ ਨਾਲ। ਜਦੋਂ ਅਸੀਂ ਪ੍ਰਮਾਤਮਾ ਨਾਲ ਇੱਕਮਿਕ ਹੋ ਜਾਂਦੇ ਹਾਂ ਫਿਰ ਆਨੰਦ ਦੀ ਜਿਹੜੀ ਅਵਸਥਾ ਉਹ ਸਾਨੂੰ ਹਾਸਲ ਹੋ ਜਾਂਦੀ ਹੈ। ਸਵਾਲ ਨੰਬਰ 2, ਸਤਿਗੁਰੂ ਦੀ ਪ੍ਰਾਪਤੀ ਨਾਲ ਕੀ ਪ੍ਰਾਪਤ ਹੁੰਦਾ ਹੈ। ਜਦੋਂ ਅਸੀਂ ਪ੍ਰਮਾਤਮਾ ਨੂੰ ਪਾ ਲੈਂਦੇ ਹਾਂ ਤਾਂ ਕੀ ਹੁੰਦਾ ਹੈ। ਆਨੰਦ ਪੂਰਨ ਅਡੋਲ ਅਵਸਥਾ, ਮਨ ਨਹੀਂ ਡੋਲਦਾ, ਖੁਸ਼ੀ ਦੇ ਵਿੱਚ ਰਹਿੰਦਾ, ਪ੍ਰਮਾਤਮਾ ਦੀ ਰੰਗਤ ਦੇ ਵਿੱਚ ਰੰਗਿਆ ਰਹਿੰਦਾ ਹੈ ਮਨ। ਗੁਰੂ ਜੀ ਕਿਸ ਦਾ ਸ਼ਬਦ ਗਾਉਣ ਲਈ ਕਹਿੰਦੇ ਹਨ। ਪ੍ਰਭੂ ਦੀ ਸਿਫਤ ਸਲਾਹ ਦਾ, ਪ੍ਰਮਾਤਮਾ ਦੀ ਬੰਦਗੀ ਦਾ, ਪ੍ਰਮਾਤਮਾ ਦੀ ਜੋ ਅਸੀਂ ਕਹਾਂਗੇ ਸਿਫਤ ਸਲਾਹ ਹੁੰਦੀ ਹੈ ਬੇਟਾ ਪ੍ਰਮਾਤਮਾ ਦੇ ਰੰਗ ਦਾ, ਪ੍ਰਮਾਤਮਾ ਦੀ ਵਾਹੋ ਬਾਹੋ ਕਰਨਾ, ਪ੍ਰਮਾਤਮਾ ਦਾ ਦੁੱਖ ਦੇ ਵਿੱਚ ਵੀ ਸ਼ੁਕਰ ਮਨਾਉਣਾ, ਜਦੋਂ ਸੁੱਖ ਹੈ ਤਾਂ ਸ਼ੁਕਰ ਮਨਾਉਣਾ। ਇਸ ਤਰ੍ਹਾਂ ਦੀ ਅਵਸਥਾ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਬਾਰੇ ਗੁਰੂ ਜੀ ਪ੍ਰਮਾਣਾ ਕਰਦੇ ਹਨ। ਆਨੰਦ ਦਾ ਕੀ ਅਰਥ ਹੈ। ਪੂਰਨ ਖੜਾਓ, ਪੂਰਾ ਮਨ ਖੁਸ਼ ਹੋ ਜਾਣਾ, ਕਿਉਂਕਿ ਇਸ ਸੰਸਾਰ ਦੇ ਵਿੱਚ ਤੁਸੀਂ ਸਾਰੇ ਆਪਣੇ ਲੋਭ ਲਾਲਚਾਂ ਵਿੱਚ ਫਸੇ ਹੋਏ ਹਾਂ। ਕੋਈ ਵੀ ਇੱਥੇ ਮਨੁੱਖ ਪੂਰੀ ਤਰ੍ਹਾਂ ਖਿੜਿਆ ਨਹੀਂ, ਪੂਰੀ ਤਰ੍ਹਾਂ ਖੁਸ਼ ਨਹੀਂ। ਜਦੋਂ ਪ੍ਰਮਾਤਮਾ ਨਾਲ ਸਾਡੀ ਇੱਕਮਿਕਤਾ ਹੋ ਜਾਂਦੀ ਹੈ ਤਾਂ ਮਨ ਪੂਰੀ ਤਰ੍ਹਾਂ ਖਿੜਾਓ ਵਿੱਚ ਆ ਜਾਂਦਾ, ਪੂਰੀ ਤਰ੍ਹਾਂ ਖਿੜ ਜਾਂਦਾ ਹੈ, ਖੁਸ਼ ਹੋ ਜਾਂਦਾ, ਪੂਰੀ ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਸਵਾਲ ਨੰਬਰ 5, ਪ੍ਰਮਾਤਮਾ ਨਾਲ ਸਦਾ ਚਿੱਤ ਲਾਈ ਰੱਖਣ ਦਾ ਕੀ ਲਾਭ ਹੈ। ਭਾਵ ਹੈ ਦੁੱਖ ਦੂਰ ਹੁੰਦੇ ਹਨ। ਸਾਨੂੰ ਸੰਸਾਰਕ ਦੁੱਖਾਂ ਤੋਂ ਮੁਕਤੀ ਮਿਲ ਜਾਂਦੀ ਹੈ, ਸਾਰੇ ਦੁੱਖ ਮਿਟ ਜਾਂਦੇ ਨੇ ਜਦੋਂ ਸਾਡੀ ਪ੍ਰਮਾਤਮਾ ਨਾਲ ਇੱਕਮਿਕਤਾ ਹੋ ਜਾਂਦੀ ਹੈ। ਸਵਾਲ ਨੰਬਰ 6, ਆਨੰਦ ਦੀ ਪ੍ਰਾਪਤੀ ਕਿਸ ਰਾਹੀਂ ਹੁੰਦੀ ਹੈ। ਭਾਵ ਹੈ ਉੱਤਰ ਇਹਦਾ ਸਤਿਗੁਰੂ ਰਾਹੀਂ। ਸਤਿਗੁਰੂ ਭਾਵ ਸੱਚੇ ਰਾਸਤੇ 'ਤੇ ਤੋਰਨ ਵਾਲੇ ਗੁਰੂ ਰਾਹੀਂ। ਸਵਾਲ ਨੰਬਰ 7, ਗੁਰੂ ਜੀ ਮਨ ਨੂੰ ਕਿਸ ਨਾਲ ਜੁੜਿਆ ਰਹਿਣ ਲਈ ਕਹਿੰਦੇ ਨੇ। ਪ੍ਰਮਾਤਮਾ ਨਾਲ। ਮਨ ਨੂੰ ਕਹਿੰਦੇ ਨੇ ਭਾਈ ਪ੍ਰਮਾਤਮਾ ਨਾਲ ਲਿਵ ਲਾਈ ਰੱਖ। ਸਾਡੇ ਅੰਤਰਾਤਮਾ ਨੂੰ ਪ੍ਰਮਾਤਮਾ ਨਾਲ ਜੁੜਨ ਦਾ ਉਪਦੇਸ਼ ਦਿੰਦੀ ਹੈ ਆਨੰਦ ਬਾਣੀ। ਸਵਾਲ ਨੰਬਰ 8, ਗੁਰੂ ਜੀ ਅਨੁਸਾਰ ਮਨੁੱਖ ਦੇ ਸਾਰੇ ਕੰਮਾਂ ਵਿੱਚ ਅੰਗੀਕਾਰ ਕੌਣ ਬਣਦਾ ਹੈ। ਕੌਣ ਅੰਗ ਸੰਗ ਹੋ ਕੇ ਸਹਾਈ ਰਹਿੰਦਾ ਹੈ। ਉੱਤਰ ਹੈ ਪ੍ਰਮਾਤਮਾ। ਆਨੰਦ ਭਇਆ ਮੇਰੀ ਮਾਏ ਸ਼ਬਦ ਕਿਸ ਦੀ ਰਚਨਾ ਹੈ। ਉੱਤਰ ਹੈ ਗੁਰੂ ਅਮਰਦਾਸ ਜੀ ਦੀ। ਸੋ ਅਗਲੀ ਗੁਰੂ ਅਮਰਦਾਸ ਜੀ ਦੀ ਜੋ ਗੁਰਬਾਣੀ ਰਚਨਾ ਹੈ ਉਹ ਪੜ੍ਹਦੇ ਹਾਂ ਕਿ ਇਹ ਸਰੀਰਾ ਮੇਰਿਆ। ਹੁਣ ਇਹ ਸਰੀਰਾ ਮੇਰਿਆ ਗੁਰਬਾਣੀ ਦਾ ਜੋ ਇਹ ਸ਼ਬਦ ਹੈ, ਸ਼ਲੋਕ ਹੈ, ਇਹਦੇ ਵਿੱਚ ਗੁਰੂ ਜੀ ਕੀ ਸਮਝਾਉਣਾ ਕਰਦੇ ਨੇ ਸਰੀਰ ਨੂੰ।
कि ए शरीरा मेरिया इस जग में आए कै, क्या तुद कर्म कमाया। के कर्म कमाया तुद शरीरा, जा तू जग में आया। जिन हर तेरा रचन रचिया, सो हर मन ना वसाया। गुर प्रसादी हर मन वसिया, पूर्व लिखिया पाया। कह नानक इहो शरीर प्रवान होआ, जिन सतगुर स्यों चित लाया। सो उपरोक्त ਜਿਹੜੀ ਬਾਣੀ ਹੈ, ਇਸ ਵਿੱਚ ਗੁਰੂ ਜੀ ਮਨੁੱਖ ਨੂੰ ਕਹਿੰਦੇ ਨੇ ਕਿ ਇਹ ਸਰੀਰ ਰੂਪੀ ਮਨੁੱਖ, ਤੂੰ ਇਹ ਸਰੀਰ ਦਾ ਜਾਮਾ ਪਹਿਨ ਕੇ ਇਸ ਸੰਸਾਰ ਦੇ ਵਿੱਚ ਆਇਆ, ਤੂੰ ਕਿਹੜੇ ਕੰਮਾਂ ਦੇ ਵਿੱਚ ਰੁਝਾ ਲਿਆ, ਪਰਮਾਤਮਾ ਨਾਲ ਤੇਰੀ ਇੱਕ ਮਿਕਤਾ ਹੈ ਹੀ ਨਹੀਂ। ਸੋ ਆਓ ਪੜ੍ਹਦੇ ਹਾਂ ਪ੍ਰਸੰਗ ਕਿ ਇਹ ਕਾਵਿ ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਵਿੱਚੋਂ ਲਿਆ ਗਿਆ ਹੈ। ਇਹ 10ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਇਹ ਸਰੀਰਾ ਮੇਰਿਆ ਸਿਰਲੇਖ ਅਧੀਨ ਦਰਜ ਹੈ। ਇਸ ਵਿੱਚ ਗੁਰੂ ਸਾਹਿਬ ਜੀ ਲਿਖਦੇ ਹਨ ਕਿ ਮਨੁੱਖ ਜਨਮ ਲੈਂਦਿਆਂ ਹੀ ਮੋਹ ਮਾਇਆ ਦੇ ਚੱਕਰ ਵਿੱਚ ਫਸ ਜਾਂਦਾ ਹੈ ਅਤੇ ਉਹ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ। ਫਿਰ ਪ੍ਰਮਾਤਮਾ ਉਸ 'ਤੇ ਮਿਹਰ ਕਰਦਾ ਹੈ ਅਤੇ ਉਸ ਦੇ ਦੁੱਖਾਂ ਦੀ ਨਿਵਰਤੀ ਹੁੰਦੀ ਹੈ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸੋ ਆਓ ਪੜ੍ਹਦੇ ਹਾਂ ਵਿਆਖਿਆ ਕਿ ਗੁਰੂ ਜੀ ਫਰਮਾਉਂਦੇ ਹਨ ਕਿ ਹੇ ਮੇਰੇ ਸਰੀਰ, ਇਸ ਸੰਸਾਰ ਵਿੱਚ ਜਨਮ ਲੈ ਕੇ ਤੂੰ ਕਿਹੜੇ ਫਜ਼ੂਲ ਕੰਮਾਂ ਵਿੱਚ ਲੱਗ ਗਿਆ ਹੈ। ਜਦੋਂ ਤੋਂ ਤੂੰ ਇਸ ਸੰਸਾਰ ਵਿੱਚ ਜਨਮ ਲਿਆ ਹੈ, ਤੂੰ ਬੇਅਰਥ ਦੇ ਕੰਮਾਂ ਵਿੱਚ ਭਟਕ ਰਿਹਾ ਹੈ ਜਾਂ ਬੇਅਰਥ ਦੇ ਕੰਮ ਕਰਨ ਵਿੱਚ ਭਟਕ ਰਿਹਾ ਹੈ। ਤੇਰੇ ਕਰਨਯੋਗ ਉੱਤਮ ਕੰਮ ਕੀ ਸੀ? ਕੰਮ ਕੀ ਹੈ ਕਿ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ, ਜਿਸ ਨੇ ਤੇਰੇ ਸਰੀਰ ਦੀ ਰਚਨਾ ਕੀਤੀ ਹੈ। ਪਰ ਤੂੰ ਇਹ ਕੰਮ ਨਹੀਂ ਕੀਤਾ ਅਤੇ ਪ੍ਰਭੂ ਨੂੰ ਭੁੱਲ ਗਿਆ। ਜਿਨ੍ਹਾਂ ਮਨੁੱਖਾਂ ਉੱਤੇ ਪ੍ਰਭੂ ਦੀ ਕਿਰਪਾ ਹੋਈ ਹੈ, ਉਹਨਾਂ ਦੇ ਪੂਰਵਲੇ ਕਰਮਾਂ ਕਰਕੇ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਹੋ ਗਿਆ ਹੈ। ਜਿਨ੍ਹਾਂ ਮਨੁੱਖਾਂ ਨੇ ਆਪਣਾ ਮਨ ਸਤਿਗੁਰੂ ਨਾਲ ਜੋੜ ਲਿਆ ਹੈ, ਉਹਨਾਂ ਦਾ ਸਰੀਰ ਸਫਲ ਹੁੰਦਾ ਹੈ। ਸੋ ਗੁਰਬਾਣੀ ਦੇ ਮਾਧਿਅਮ ਰਾਹੀਂ ਗੁਰੂ ਜੀ ਕਹਿੰਦੇ ਨੇ ਇਹ ਸੰਸਾਰ ਦੇ ਵਿੱਚ ਆਏ ਸਰੀਰ ਨੂੰ ਕਿ ਭਾਈ ਤੂੰ ਇੱਥੇ ਗੁਰਬਾਣੀ ਪੜ੍ਹਨ ਆਇਆ ਸੀ, ਚੰਗੇ ਕਾਰਜ ਕਰਨ ਆਇਆ ਸੀ, ਦੁਨੀਆ ਦੇ ਵਿੱਚ ਲੋਭ ਲਾਲਚਾਂ ਨੂੰ ਤਿਆਗਣ ਆਇਆ ਸੀ, ਤੂੰ ਤਾਂ ਇਹਨਾਂ ਸਾਰੇ ਕੰਮਾਂ 'ਚ ਰੁੱਝ ਗਿਆ। ਸੋ ਤੂੰ ਪ੍ਰਮਾਤਮਾ ਨੂੰ ਕਿਉਂ ਵਿਸਰ ਗਿਆ ਭਾਈ? ਇਹ ਪ੍ਰਮਾਤਮਾ ਨੇ ਤੇਰੇ ਸਰੀਰ ਦੀ ਰਚਨਾ ਕੀਤੀ ਹੈ, ਪੂਰੀ ਸ੍ਰਿਸ਼ਟੀ ਦਾ ਤਾਣਾ ਬਾਣਾ ਪ੍ਰਮਾਤਮਾ ਨੇ ਰਚਿਆ, ਤੂੰ ਉਹਦੀ ਰਜਾ 'ਚ ਕੋਈ ਸਮਾਂ ਹੀ ਨਹੀਂ ਲੰਘਾ ਰਿਹਾ। ਸੋ ਇਹ ਸਰੀਰ ਕਹਿੰਦੇ ਉਦੋਂ ਸਫਲ ਆ ਜਦੋਂ ਇਹ ਸਾਰੇ ਸਰੀਰ ਨੂੰ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ, ਪ੍ਰਮਾਤਮਾ ਦੀ ਸੇਵਾ ਦੇ ਵਿੱਚ, ਚੰਗੇ ਕਾਰਜਾਂ ਵਿੱਚ ਅਸੀਂ ਲਗਾਵਾਂਗੇ। ਜਿਹੜੇ ਕਾਰਜ ਹੈ ਮਨੁੱਖ ਤੂੰ ਇੱਥੇ ਪ੍ਰਮਾਤਮਾ ਤੋਂ ਪਰੇ ਹੋ ਕੇ, ਪ੍ਰਮਾਤਮਾ ਤੋਂ ਭੁੱਲ ਕੇ ਕਰ ਰਹੇ ਹੋ, ਉਹ ਸਭ ਬੇਅਰਥ ਹਨ। ਇਹ ਸਰੀਰ ਉਦੋਂ ਸਫਲ ਹੋਏਗਾ ਜਦੋਂ ਪੂਰਨ ਪ੍ਰਮਾਤਮਾ ਦੇ ਨਾਲ ਜੁੜ ਜਾਏਗਾ। ਸੋ ਆਓ ਇਸ ਗੁਰਬਾਣੀ ਰਚਨਾ ਦਾ ਕੇਂਦਰੀ ਭਾਵ ਜਾਣਦੇ ਹਾਂ ਕਿ ਮਨੁੱਖੀ ਸਰੀਰ ਇਸ ਸੰਸਾਰ ਵਿੱਚ ਆ ਕੇ ਆਪਣੇ ਰਚਨਹਾਰ ਪ੍ਰਮਾਤਮਾ ਨੂੰ ਭੁੱਲ ਕੇ ਫਜ਼ੂਲ ਦੇ ਕੰਮ ਕਰਨ ਵਿੱਚ ਹੀ ਲੱਗਾ ਰਹਿੰਦਾ ਹੈ। ਪਰ ਜਿਨ੍ਹਾਂ ਉੱਤੇ ਪੂਰਵਲੇ ਕਰਮਾਂ ਪਿਛਲੇ ਕਰਮਾਂ ਅਨੁਸਾਰ ਸਤਿਗੁਰੂ ਦੀ ਮਿਹਰ ਹੁੰਦੀ ਹੈ, ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਅਤੇ ਉਹਨਾਂ ਦਾ ਸਰੀਰ ਸਫਲ ਹੋ ਜਾਂਦਾ ਹੈ। ਸੋ ਜਿਹੜੇ ਕਮਾਈ ਕਰਦੇ ਨੇ, ਸਿਮਰਨ ਕਰਦੇ ਨੇ, ਚੰਗੇ ਨੇਕ ਕਾਰਜ ਕਰਦੇ ਨੇ, ਜਦੋਂ ਉਹਨਾਂ ਦੀ ਪ੍ਰਮਾਤਮਾ ਨਾਲ ਇੱਕ ਮਿਕਤਾ ਹੋ ਜਾਂਦੀ ਹੈ ਤਾਂ ਜਿਹੜਾ ਪ੍ਰਮਾਤਮਾ ਉਸ ਸਰੀਰ ਦੇ ਵਿੱਚ ਵਾਸ ਕਰ ਲੈਂਦਾ ਹੈ। ਅਤੇ ਜਦੋਂ ਪ੍ਰਮਾਤਮਾ ਨਾਲ ਉਸ ਸਰੀਰ ਰੂਪੀ ਮਨੁੱਖ ਦੀ ਇੱਕ ਮਿਕਤਾ ਹੋ ਜਾਂਦੀ ਹੈ ਤਾਂ ਉਹ ਜਿਹੜਾ ਸਰੀਰ ਆ ਉਹ ਸਫਲ ਹੋ ਜਾਂਦਾ ਹੈ। ਸੋ ਸਰੀਰ ਨੂੰ ਸਫਲ ਕਰਨ ਲਈ ਲੋੜ ਹੈ ਕਿ ਪ੍ਰਮਾਤਮਾ ਨਾਲ ਇੱਕ ਮਿਕਤਾ ਵਧਾਈ ਜਾਵੇ। ਇਹ ਗੁਰਬਾਣੀ ਸ਼ਬਦ ਨਾਲ ਸੰਬੰਧਿਤ ਆਓ ਪੜ੍ਹਦੇ ਹਾਂ ਕੁਝ ਵਸਤੂਨਿਸ਼ਟ ਸਵਾਲ। ਇਹ ਸਰੀਰਾ ਮੇਰਿਆ ਬਾਣੀ ਕਿਸ ਨੂੰ ਸੰਬੋਧਿਤ ਹੈ? ਸਰੀਰ ਨੂੰ। ਸਵਾਲ ਨੰਬਰ 2, ਸਰੀਰ ਸੰਸਾਰ ਵਿੱਚ ਆ ਕੇ ਕੀ ਕਰਦਾ ਹੈ? ਫਜ਼ੂਲ ਕੰਮ। ਸਵਾਲ ਨੰਬਰ 3, ਗੁਰੂ ਜੀ ਮਨੁੱਖੀ ਸਰੀਰ ਤੋਂ ਕਿਸ ਤਰ੍ਹਾਂ ਦੇ ਕੰਮ ਦੀ ਆਸ ਕਰਦੇ ਹਨ? ਆਤਮਿਕ ਲਾਭ ਦੇਣ ਵਾਲੇ,
ਜੋ ਆਤਮਾ ਨੂੰ ਪ੍ਰਮਾਤਮਾ ਨਾਲ ਇੱਕ ਮਿੱਕ ਕਰਨ। ਭਾਈ ਕਹਿੰਦੇ ਐਸੇ ਕਾਰਜ ਕਰ, ਤੂੰ ਇਹ ਕਿਹੜੇ ਕੰਮ ਕਰਨ ਲੱਗਿਆ ਹੋਇਆ ਹੈ। ਸਵਾਲ ਨੰਬਰ 4 ਕਿ ਸਰੀਰ ਦਾ ਰਚਨ ਕਿਸ ਨੇ ਰਚਿਆ ਹੈ? ਇਹ ਸਰੀਰ ਦੀ ਰਚਨਾ ਕਿਸ ਨੇ ਕੀਤੀ ਹੈ? ਉੱਤਰ ਹੈ ਪ੍ਰਮਾਤਮਾ ਨੇ। ਸਰੀਰ ਨੇ ਕਿਸ ਨੂੰ ਮਨ ਵਿੱਚ ਨਹੀਂ ਵਸਾਇਆ? ਰਚਨਹਾਰ ਪ੍ਰਮਾਤਮਾ ਨੂੰ। ਜੋ ਇਹ ਮਨੁੱਖ ਅਸੀਂ ਫਿਰਦੇ ਹਾਂ, ਪ੍ਰਮਾਤਮਾ ਨੂੰ ਭੁਲਾਈ ਫਿਰਦੇ ਹਾਂ, ਇਹ ਸਾਡੇ ਸਰੀਰ ਨੇ ਪ੍ਰਮਾਤਮਾ ਨੂੰ, ਸਾਡੇ ਇਸ ਸਰੀਰ ਨੂੰ ਬਣਾਉਣ ਵਾਲੇ ਪ੍ਰਮਾਤਮਾ ਨੂੰ ਅਸੀਂ ਭੁੱਲ ਗਏ ਹਾਂ। ਲੋੜ ਹੈ ਸਾਨੂੰ ਪ੍ਰਮਾਤਮਾ ਨੂੰ ਧਿਆਉਣ ਦੀ, ਪ੍ਰਮਾਤਮਾ ਨੂੰ ਪਾਉਣ ਦੀ, ਪ੍ਰਮਾਤਮਾ ਰੂਪੀ ਜੋਤ ਨੂੰ ਇਸ ਸਰੀਰ ਵਿੱਚ ਨਿਵਾਸ ਕਰਾਉਣ ਦੀ। ਫਿਰ ਇਹ ਸਰੀਰ ਸਫਲ ਆ ਜੇਕਰ ਇਸ ਵਿੱਚ ਪ੍ਰਮਾਤਮਾ ਰੂਪੀ ਜੋਤ ਦਾ ਵਾਸ ਹੁੰਦਾ ਹੈ। ਸਵਾਲ ਨੰਬਰ 6 ਪ੍ਰਮਾਤਮਾ ਮਨ ਵਿੱਚ ਕਿਸ ਦੀ ਮਿਹਰ ਨਾਲ ਨਿਵਾਸ ਕਰਦਾ ਹੈ? ਗੁਰੂ ਦੀ। ਜਦੋਂ ਇੱਕ ਪੂਰਨ ਗੁਰੂ ਸਾਨੂੰ ਪ੍ਰਮਾਤਮਾ ਦੇ ਸਿਮਰਨ ਬਾਰੇ, ਬੰਦਗੀ ਬਾਰੇ, ਗੁਰੂ ਦੇ ਗਿਆਨ ਬਾਰੇ ਗਿਆਨ ਪਾਉਂਦਾ ਹੈ ਤਾਂ ਅਸੀਂ ਪ੍ਰਮਾਤਮਾ ਨਾਲ ਇੱਕ ਮਿੱਕਤਾ ਜਿਹੜੀ ਉਹ ਬਣਾ ਸਕਦੇ ਹਾਂ। ਸਵਾਲ ਨੰਬਰ 7 ਪੂਰਬਲੇ ਕਰਮਾਂ ਕਰਕੇ ਕੌਣ ਮਨ ਵਿੱਚ ਆ ਵਸਦਾ ਹੈ? ਉਹ ਹੈ ਪ੍ਰਮਾਤਮਾ। ਸਵਾਲ ਨੰਬਰ 8 ਕਿ ਕਿਸ ਨਾਲ ਚਿੱਤ ਲਾਉਣ ਵਾਲਾ ਸਰੀਰ ਪ੍ਰਵਾਨ ਹੁੰਦਾ ਹੈ? ਸਤਿਗੁਰੂ ਨਾਲ, ਪ੍ਰਮਾਤਮਾ ਨਾਲ ਚਿੱਤ ਲਾਉਣ ਵਾਲਾ ਸਰੀਰ ਹੈ ਜਿਹੜਾ ਉਹ ਸਫਲ ਹੁੰਦਾ ਹੈ। ਗੁਰੂ ਅਮਰਦਾਸ ਜੀ ਨੇ ਬਾਣੀ ਕਿੰਨੇ ਰਾਗਾਂ ਵਿੱਚ ਰਚੀ? ਉੱਤਰ ਹੈ 17 ਰਾਗਾਂ ਵਿੱਚ। ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ? 1479 ਈਸਵੀ ਵਿੱਚ। ਸਵਾਲ ਨੰਬਰ 11 ਗੁਰੂ ਅਮਰਦਾਸ ਜੀ ਜੋਤੀ ਜੋਤ ਕਦੋਂ ਸਮਾਏ? 1574 ਈਸਵੀ ਨੂੰ। ਸਵਾਲ ਨੰਬਰ 12 ਇਹ ਸਰੀਰਾ ਮੇਰਿਆ ਸ਼ਬਦ ਕਿਸ ਗੁਰੂ ਜੀ ਦੀ ਰਚਨਾ ਹੈ? ਉੱਤਰ ਹੈ ਗੁਰੂ ਅਮਰਦਾਸ ਜੀ। ਸੋ ਅਗਲਾ ਹੈ ਗੁਰਬਾਣੀ ਦਾ ਜੋ ਸ਼ਬਦ ਕਿਰਪਾ ਕਰਕੇ ਬਖਸ਼ ਲੈਹੋ। ਪ੍ਰਮਾਤਮਾ ਨੂੰ ਜਿਵੇਂ ਅਸੀਂ ਕਹਿੰਦੇ ਕਿ ਪ੍ਰਮਾਤਮਾ ਕਿਰਪਾ ਕਰੋ, ਸਾਡੇ ਗੁਨਾਹਾਂ ਨੂੰ ਬਖਸ਼ ਲਓ। ਇਹ ਜਿਹੜਾ ਮਨੁੱਖਾ ਸਾਡਾ ਸਰੀਰ ਹੈ, ਮਨੁੱਖਾ ਜਨਮ ਹੈ, ਇਸ ਨੂੰ ਬਖਸ਼ ਲਓ। ਕਿੱਦਾਂ ਬਖਸ਼ਾਉਣਾ ਕਰਦੇ ਨੇ ਗੁਰਬਾਣੀ ਰਚਨਾ? ਆਓ ਪੜ੍ਹਦੇ ਹਾਂ। ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲੈਹੋ, ਹਉ ਪਾਪੀ ਵੱਡ ਗੁਨਹਗਾਰ, ਹਰ ਜੀਓ ਲੇਖੈ ਵਾਰ ਨ ਆਵਈ, ਤੂੰ ਬਖਸ਼ ਮਿਲਾਵਣ ਹਾਰ, ਗੁਰ ਤੁਠੈ ਹਰ ਪ੍ਰਭ ਮੇਲਿਆ, ਸਭ ਕਿਲਵਿਖ ਕੱਟ ਵਿਕਾਰ, ਜਿਨਾ ਹਰ ਹਰ ਨਾਮ ਧਿਆਇਆ, ਜਨ ਨਾਨਕ ਤਿਨ ਜੈਕਾਰ। ਸੋ ਆਓ ਪ੍ਰਸੰਗ ਪੜ੍ਹਦੇ ਹਾਂ ਕਿ ਇਹ ਕਾਵਿ ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ਸ਼ਲੋਕ ਵਾਰਾਂ ਅਤੇ ਵਧੀਕ ਵਿੱਚੋਂ ਲਿਆ ਗਿਆ ਹੈ। ਸੋ ਬੇਟਾ ਉੱਪਰ ਇੱਥੇ ਧਿਆਨ ਰੱਖਣਾ ਕਿ ਜੋ ਵੀ ਤੁਹਾਨੂੰ ਗੁਰਬਾਣੀ ਦੇ ਟੋਟੇ ਜਾਂ ਗੁਰਬਾਣੀ ਦੇ ਬੇਟਾ ਇਹ ਜਿਹੜੇ ਸ਼ਲੋਕ ਦਿੱਤੇ ਗਏ ਨੇ, ਇਹ ਧਿਆਨ ਰੱਖਣਾ ਕਿ ਕਿਹੜੀ ਗੁਰਬਾਣੀ ਦੇ ਵਿੱਚੋਂ ਲਿਆ ਗਿਆ, ਮੱਧ 'ਚੋਂ ਲਿਆ ਗਿਆ, ਕਿਹੜੀ ਗੁਰਬਾਣੀ ਹੈ ਜਾਂ ਕਿਹੜਾ ਸ਼ਲੋਕ ਹੈ। ਬੇਟਾ ਜਦੋਂ ਤੁਸੀਂ ਇਹ ਰੈਫਰੈਂਸ ਸਹੀ ਦਿਓਗੇ ਨਾ ਕਿ ਇਹ ਜਿਹੜਾ ਕਾਵਿ ਟੋਟਾ ਹੈ ਕਿੱਥੋਂ ਲਿਆ ਹੈ, ਗੁਰੂ ਅਮਰਦਾਸ ਜੀ ਦੀ ਕਿਹੜੀ ਬਾਣੀ ਵਿੱਚੋਂ ਲਿਆ ਗਿਆ ਹੈ, ਉਹ ਹੈ ਸ਼ਲੋਕ ਵਾਰਾਂ ਅਤੇ ਵਧੀਕ ਵਿੱਚੋਂ ਲਿਆ ਗਿਆ ਹੈ। ਇਹ 10ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਦਰਜ ਕਿਰਪਾ ਕਰਕੇ ਬਖਸ਼ ਲੈਹੋ ਸਿਰਲੇਖ ਅਧੀਨ ਦਰਜ ਹੈ। ਇਹ ਇਸ ਗੁਰਬਾਣੀ ਦਾ ਨਾਮ ਹੈ। ਸੋ ਇਹ ਜ਼ਰੂਰ ਅਸੀਂ ਨੇ ਧਿਆਨ ਰੱਖਣਾ ਕਿਸ ਗੁਰਬਾਣੀ ਵਿੱਚੋਂ ਲਿਆ ਗਿਆ ਹੈ, ਤੁਹਾਡੀ ਪਾਠ ਪੁਸਤਕ ਵਿੱਚ ਕਿਸ ਸਿਰਲੇਖ ਅਧੀਨ ਦਰਜ ਹੈ। ਇਸ ਦੇ ਉੱਪਰ ਜੋ ਅਸੀਂ ਹੈਡਿੰਗ ਕਹਿੰਦੇ ਹਾਂ ਬੇਟਾ ਉਹਨੂੰ ਸਿਰਲੇਖ ਕਹਿੰਦੇ ਹਾਂ, ਕਿਸ ਸਿਰਲੇਖ ਅਧੀਨ ਦਰਜ ਹੈ। ਇਹ ਸ਼ਲੋਕ ਵਿੱਚ ਗੁਰੂ ਜੀ ਨੇ ਜੀਵ ਨੂੰ ਭਾਰੀ ਗੁਨਾਹਗਾਰ ਦੱਸਦਿਆਂ ਹੋਇਆਂ ਪ੍ਰਭੂ ਨੂੰ ਆਪਣੀ ਮਿਹਰ ਨਾਲ ਬਖਸ਼ ਦੇਣ ਦੀ ਬੇਨਤੀ ਕੀਤੀ ਹੈ ਕਿ ਪ੍ਰਭੂ ਇਹ ਸਾਰੇ ਮਨੁੱਖ ਨੇ ਜਿਹੜੇ ਬੜੇ ਗੁਨਾਹਗਾਰ ਨੇ, ਸਾਨੂੰ ਕਿਰਪਾ ਕਰੋ, ਬਖਸ਼ ਦਿਓ। ਵਿਆਖਿਆ ਦੇ ਵਿੱਚ ਗੁਰੂ ਜੀ ਕੀ ਫਰਮਾਉਂਦੇ ਨੇ? ਗੁਰੂ ਜੀ ਪ੍ਰਭੂ ਅੱਗੇ ਅਰਦਾਸ ਕਰਦੇ ਲਿਖਦੇ ਹਨ ਕਿ ਹੇ ਪ੍ਰਮਾਤਮਾ, ਅਸੀਂ ਜੀਵ ਬਹੁਤ ਭੁੱਲਾਂ ਕਰਦੇ ਰਹਿੰਦੇ ਹਾਂ, ਸਾਡੀਆਂ ਭੁੱਲਾਂ ਦਾ ਅੰਤ ਨਹੀਂ ਪੈ ਸਕਦਾ, ਸਾਡੀਆਂ ਭੁੱਲਾਂ ਦਾ ਉਰਲਾ ਪਰਲਾ ਬੰਨਾ ਨਹੀਂ ਲੱਭਦਾ। ਹੇ ਪ੍ਰਮਾਤਮਾ, ਤੂੰ ਮਿਹਰ ਕਰਕੇ ਆਪ ਸਾਨੂੰ ਬਖਸ਼ ਲੈ, ਅਸੀਂ ਬਹੁਤ ਵੱਡੇ ਪਾਪੀ ਹਾਂ, ਗੁਨਾਹਗਾਰ ਹਾਂ। ਹੇ ਪ੍ਰਭੂ, ਮੇਰੇ ਕੀਤੇ ਕਰਮਾਂ ਦੇ ਹਿਸਾਬ ਰਾਹੀਂ ਤਾਂ
ਸਾਡੀ ਬਖਸ਼ਿਸ਼ ਹਾਸਲ ਕਰਨ ਦੀ ਵਾਰੀ ਨਹੀਂ ਆ ਸਕਦੀ। ਪ੍ਰਭੂ, ਤੂੰ ਮੇਰੀਆਂ ਭੁੱਲਾਂ ਬਖਸ਼ ਕੇ ਮੈਨੂੰ ਆਪਣੇ ਚਰਨਾਂ ਵਿੱਚ ਮਿਲਾਉਣ ਦੀ ਸਮਰੱਥਾ ਵਾਲਾ ਹੈ। ਹੇ ਪ੍ਰਭੂ, ਜਿਸ ਉੱਤੇ ਪ੍ਰਭੂ ਦੀ ਮਿਹਰ ਹੁੰਦੀ ਹੈ, ਉਸ ਦੇ ਅੰਦਰੋਂ ਪਾਪ ਵਿਕਾਰ ਕੱਟ ਕੇ ਦਇਆਵਾਨ ਹੋਏ ਗੁਰੂ ਨੇ ਉਸ ਨੂੰ ਹਰ ਪ੍ਰਭੂ ਨਾਲ ਮਿਲਾ ਦਿੱਤਾ ਹੈ। ਹੇ ਦਾਸ, ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ। ਸੋ ਗੁਰੂ ਜੀ ਕਹਿੰਦੇ ਨੇ ਕਿ ਅਸੀਂ ਗੁਨਾਹਗਾਰ ਪਾਪੀ ਲੋਕ ਹਾਂ। ਪ੍ਰਭੂ, ਆਪਣੀ ਮਿਹਰ ਕਰੋ, ਸਾਡੇ ਗੁਨਾਹਾਂ ਨੂੰ ਬਖਸ਼ ਕੇ ਆਪਣੇ ਗੁਰੂ ਨੂੰ ਬੇਨਤੀ ਕਰਦੇ ਨੇ ਕਿ ਸਾਨੂੰ ਮਾਧਿਅਮ ਦੱਸੋ ਕਿ ਅਸੀਂ ਗੁਰੂ ਨਾਲ ਇੱਕਮਿੱਕ ਹੋ ਜਾਈਏ। ਪ੍ਰਭੂ, ਤੁਸੀਂ ਸਿੱਧੇ ਰਸਤੇ ਵੀ ਪਾਉਣ ਵਾਲੇ ਹੋ ਅਤੇ ਪੁੱਠੇ ਵੀ। ਹੈ ਪ੍ਰਭੂ, ਮੈਨੂੰ ਸਿੱਧੇ ਰਸਤੇ ਪਾਓ ਅਤੇ ਆਪਣੇ ਨਾਲ ਜੋੜ ਲਿਓ। ਮੇਰੇ ਤੋਂ ਸੰਸਾਰ ਵਿੱਚ ਰਹਿੰਦਿਆਂ ਬਹੁਤ ਗੁਨਾਹ ਹੋ ਚੁੱਕੇ ਨੇ। ਮੇਰੇ ਸਾਰੇ ਗੁਨਾਹ ਬਖਸ਼ ਕੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਿਓ। ਸੋ ਇਹ ਗੁਰਬਾਣੀ ਰਚਨਾ ਦਾ ਬੇਟਾ ਆਓ ਪੜ੍ਹਦੇ ਹਾਂ ਕੇਂਦਰੀ ਭਾਵ। ਜੀਵ ਬਹੁਤ ਭੁੱਲਾਂ ਅਤੇ ਗੁਨਾਹ ਕਰਨ ਵਾਲਾ ਹੈ, ਜਿਨ੍ਹਾਂ ਨੂੰ ਪ੍ਰਭੂ ਕਿਰਪਾ ਕਰਕੇ ਹੀ ਉਸ ਨੂੰ ਬਖਸ਼ ਸਕਦਾ ਹੈ, ਉਹਨਾਂ ਨੂੰ ਬਖਸ਼ਾ ਸਕਦਾ ਹੈ। ਜਿਵੇਂ ਅਸੀਂ ਕਹਿ ਦਈਏ ਕਿ ਜਿੰਨੀਆਂ ਗਲਤੀਆਂ ਨੇ ਉਹਨਾਂ ਨੂੰ ਪ੍ਰਮਾਤਮਾ ਦਾ ਸਿਮਰਨ ਕਰਕੇ, ਪ੍ਰਮਾਤਮਾ ਨਾਲ ਇੱਕਮਿੱਕਤਾ ਬਣਾ ਕੇ ਹੀ ਅਸੀਂ ਗਲਤੀਆਂ ਨੂੰ ਦੂਰ ਕਰ ਸਕਦੇ ਹਾਂ। ਪ੍ਰਭੂ ਨਾਲ ਮੇਲ ਮਿਲਾਪ ਉਹਨਾਂ ਦਾ ਹੁੰਦਾ ਹੈ ਜਿਹੜੇ ਉਸ ਦਾ ਨਾਮ ਧਿਆ ਕੇ ਸਾਰੇ ਪਾਪ ਅਤੇ ਵਿਕਾਰ ਕੱਟਣ ਵਾਲੇ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਹਨ। ਸੋ ਕਹਿੰਦੇ ਵੀ ਇਹ ਸੰਸਾਰਕ ਜਿਹੜਾ ਜੀਵ ਹੈ, ਇਹਦਾ ਅੰਤ ਜਾਂ ਇਹ ਕਹਿ ਦਈਏ ਇਹਦਾ ਪਾਰਨ ਤਾਰਾ ਤਾਂ ਹੋ ਸਕਦਾ ਜੇ ਗੁਰੂ ਦੀ ਕਿਰਪਾ ਹੋਏਗੀ। ਸੋ ਗੁਰੂ ਨੂੰ ਬੇਨਤੀ ਕੀਤੀ ਜਾ ਰਹੀ ਹੈ ਇਸ ਗੁਰਬਾਣੀ ਦੇ ਮਾਧਿਅਮ ਜਾਂ ਇਸ ਗੁਰਬਾਣੀ ਦੇ ਸ਼ਬਦ ਰਾਹੀਂ। ਸੋ ਆਓ ਪੜ੍ਹਦੇ ਹਾਂ ਇਸ ਸ਼ਬਦ ਨਾਲ ਸੰਬੰਧਿਤ ਵਸਤੂਨਿਸ਼ਟ ਸਵਾਲ। ਸਵਾਲ ਨੰਬਰ 1, ਕਿਰਪਾ ਕਰਕੇ ਬਖਸ਼ ਲੈਹੋ ਸ਼ਬਦ ਵਿੱਚ ਪ੍ਰਭੂ ਅੱਗੇ ਕਾਹਦੀ ਅਰਦਾਸ ਕੀਤੀ ਗਈ ਹੈ? ਉੱਤਰ ਹੈ ਗੁਨਾਹ ਬਖਸ਼ਣ ਦੀ। ਗੁਨਾਹ ਭਾਵ ਬੇਟਾ ਗਲਤੀਆਂ। ਸਵਾਲ ਨੰਬਰ 2, ਸਾਰੇ ਜੀਵ ਕਿਹੋ ਜਿਹੇ ਹਨ? ਸਾਰੇ ਜੀਵ ਕਿਹੋ ਜਿਹੇ ਹਨ? ਉੱਤਰ ਹੈ ਪਾਪੀ ਅਤੇ ਗੁਨਾਹਗਾਰ। ਸਾਰਿਆਂ ਨੇ ਕੋਈ ਨਾ ਕੋਈ ਪਾਪ ਅਤੇ ਗੁਨਾਹ ਕੀਤਾ ਹੈ। ਅਸੀਂ ਬੇਟਾ ਦਿਨ ਅਤੇ ਰਾਤ ਬਹੁਤ ਸਾਰੇ ਪਾਪ ਅਤੇ ਗੁਨਾਹ ਕਰਦੇ ਰਹਿੰਦੇ ਹਾਂ, ਜੇਕਰ ਅਸੀਂ ਆਪਣੇ ਅੰਤਰਮਨ ਨਾਲ ਵੇਖੀਏ ਤਾਂ। ਸਵਾਲ ਨੰਬਰ 3, ਮਨੁੱਖ ਦੀ ਬਿਰਤੀ ਕਿਸ ਤਰ੍ਹਾਂ ਦੀ ਹੈ? ਬਿਰਤੀ ਤੋਂ ਭਾਵ ਦਾ ਧਿਆਨ, ਉਹਦੇ ਕਾਰ ਵਿਹਾਰ ਜੋ ਕਰਦਾ ਹੈ। ਭੁੱਲਾਂ ਅਤੇ ਗੁਨਾਹ ਕਰਨ ਵਾਲੀ। ਜਿਹੜਾ ਮਨੁੱਖ ਹੈ ਬਹੁਤ ਸਾਰੀਆਂ ਭੁੱਲਾਂ ਅਤੇ ਬਹੁਤ ਸਾਰੇ ਗੁਨਾਹ ਅਕਸਰ ਕਰਦਾ ਰਹਿੰਦਾ, ਕੁਛ ਚੇਤ ਮਨ 'ਚ, ਕੁਛ ਅਚੇਤ ਮਨ ਵਿੱਚ। ਸਵਾਲ ਨੰਬਰ 4, ਪ੍ਰਭੂ ਨਾਲ ਕਿਵੇਂ ਮਿਲਿਆ ਜਾ ਸਕਦਾ ਹੈ? ਉੱਤਰ ਹੈ ਉਸ ਦੀ ਬਖਸ਼ਿਸ਼ ਨਾਲ। ਜੇ ਪ੍ਰਭੂ ਕਿਰਪਾ ਕਰਨ ਤਾਂ ਅਸੀਂ ਪ੍ਰਭੂ ਨੂੰ ਮਿਲ ਸਕਦੇ ਹਾਂ, ਨਹੀਂ ਸਾਡੇ ਕੀਤੇ ਹੋਏ ਸਾਰੇ ਕਾਰਜ ਵਿਹਾਰ ਪ੍ਰਮਾਤਮਾ ਨੂੰ ਨਾ ਮਨਜ਼ੂਰ ਹੁੰਦੇ ਨੇ। ਪ੍ਰਮਾਤਮਾ ਨਾਲ ਮਿਲਾਪ ਵੀ ਉਸ ਦੀ ਮਿਹਰ ਸਦਕਾ ਹੀ ਹੁੰਦਾ ਹੈ। ਸਵਾਲ ਨੰਬਰ 5, ਮਨੁੱਖ ਕਿਸ ਤਰ੍ਹਾਂ ਪ੍ਰਭੂ ਦੀ ਬਖਸ਼ਿਸ਼ ਨਹੀਂ ਪ੍ਰਾਪਤ ਕਰ ਸਕਦਾ? ਆਪਣੇ ਕਰਮਾਂ ਦੇ ਲੇਖੇ ਨਾਲ। ਜੋ ਮਨੁੱਖ ਚੰਗੇ ਕੰਮ ਕਰਦਾ ਹੈ ਉਹ ਪ੍ਰਮਾਤਮਾ ਦੇ ਨਜ਼ਦੀਕ ਜਾਂਦਾ ਹੈ, ਜੋ ਮਨੁੱਖ ਬੁਰੇ ਕੰਮ ਕਰਦਾ ਹੈ ਉਹ ਪ੍ਰਮਾਤਮਾ ਤੋਂ ਦੂਰ ਹੁੰਦਾ ਜਾਂਦਾ ਹੈ। ਸਵਾਲ ਨੰਬਰ 6, ਗੁਰੂ ਪ੍ਰਸੰਨ ਹੋ ਕੇ ਕਿਸ ਦਾ ਨਾਸ਼ ਕਰਦਾ ਹੈ? ਪਾਪਾਂ ਅਤੇ ਵਿਕਾਰਾਂ ਦਾ। ਜਦੋਂ ਗੁਰੂ ਸਾਡੇ 'ਤੇ ਮਿਹਰਬਾਨ ਹੁੰਦਾ ਹੈ ਤਾਂ ਸਾਡੇ ਜੋ ਪਾਪ ਵਿਕਾਰ, ਸਾਡੇ ਮਨ ਦੀ ਭਟਕਣਾ, ਉਹ ਸਭ ਦੂਰ ਹੋ ਜਾਂਦੀ ਹੈ। ਸਾਡੇ ਕੀਤੇ ਹੋਏ ਪਾਪ ਵੀ ਗੁਰੂ ਬਖਸ਼ ਲੈਂਦਾ, ਕਿਉਂਕਿ ਸਾਨੂੰ ਸਿੱਧੇ ਰਸਤੇ 'ਤੇ ਗੁਰੂ ਪਾ ਦਿੰਦਾ ਹੈ। ਸਵਾਲ ਨੰਬਰ 7, ਗੁਰੂ ਪ੍ਰਸੰਨ ਹੋ ਕੇ ਕਿਹੜੀ ਦਾਤ ਦਿੰਦਾ ਹੈ? ਨਾਮ ਸਿਮਰਨ ਦੀ। ਜਦੋਂ ਗੁਰੂ ਸਾਡੇ 'ਤੇ ਮਿਹਰਬਾਨ ਹੁੰਦਾ ਹੈ ਤਾਂ ਅਸੀਂ ਨਾਮ ਅਤੇ ਸਿਮਰਨ ਨਾਲ ਜੁੜ ਜਾਂਦੇ ਹਾਂ। ਕਿਲਵਿਖ ਤੋਂ ਕੀ ਭਾਵ ਹੈ? ਕਿਲਵਿਖ ਤੋਂ ਭਾਵ ਹੈ ਪਾਪ। ਸਵਾਲ ਨੰਬਰ 9, ਸੰਸਾਰ ਵਿੱਚ ਕਿਹਨਾਂ ਦੀ ਜੈ ਜੈਕਾਰ ਹੁੰਦੀ ਹੈ? ਉੱਤਰ ਹੈ ਨਾਮ ਸਿਮਰਨ ਕਰਨ ਵਾਲਿਆਂ ਦੀ। ਸੋ ਇਹ ਸੰਸਾਰ ਦੇ ਵਿੱਚ ਜੋ ਨਾਮ ਸਿਮਰਨ ਦਾ ਅਭਿਆਸ ਕਰਦੇ ਨੇ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਸਵਾਲ ਨੰਬਰ 10, ਸਤਿਗੁਰੂ ਕੋਲੋਂ ਕੀ ਮੰਗਣਾ ਚਾਹੀਦਾ ਹੈ? ਉੱਤਰ ਹੈ ਵਿਕਾਰਾਂ ਦਾ ਨਾਸ਼ ਅਤੇ ਪ੍ਰਭੂ ਦਾ ਮਿਲਾਪ। ਸਾਨੂੰ ਕਹਿਣਾ ਚਾਹੀਦਾ ਪ੍ਰਮਾਤਮਾ ਨੂੰ, ਪ੍ਰਭੂ ਸਾਡੇ ਵਿਕਾਰ, ਸਾਡੀਆਂ ਗਲਤੀਆਂ, ਸਾਡੇ ਪਾਪਾਂ ਨੂੰ ਕੱਟ ਦਿਓ ਅਤੇ ਸਾਨੂੰ ਆਪਣੇ ਨਾਲ ਜੋੜ ਲਿਓ। ਇਹ ਮੰਗਣਾ ਚਾਹੀਦਾ ਹੈ। ਸਵਾਲ ਨੰਬਰ 11, ਗੁਰੂ ਅਮਰਦਾਸ ਜੀ ਦੀ ਪ੍ਰਸਿੱਧ ਬਾਣੀ ਕਿਹੜੀ ਹੈ?
ਉੱਤਰ ਹੈ ਆਨੰਦ ਸਾਹਿਬ। ਸਵਾਲ ਨੰਬਰ 12, ਗੁਰੂ ਅਮਰਦਾਸ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਹੋਏ ਹਨ? ਉੱਤਰ ਹੈ ਤੀਸਰੇ ਗੁਰੂ ਸਾਹਿਬਾਨ ਹੋਏ ਹਨ। ਸੋ ਬੇਟਾ ਇਹ ਸੀਗੀ ਵੀਡੀਓ ਗੁਰੂ ਅਮਰਦਾਸ ਜੀ ਦੇ ਜੀਵਨ ਨਾਲ ਸੰਬੰਧਿਤ ਜੋ ਉਹਨਾਂ ਦੀ ਬਾਣੀ ਰਚਨਾ ਹੈ। ਸੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅਤੇ CBSE ਬੋਰਡ ਦੇ ਜੋ ਵਿਦਿਆਰਥੀ ਨੇ ਉਹ ਇਹਨਾਂ ਗੁਰਬਾਣੀ ਦੇ ਸ਼ਬਦਾਂ ਨੂੰ ਵੱਖ-ਵੱਖ ਭਾਗਾਂ ਵਿੱਚ ਵੀ ਪੜ੍ਹਦੇ, ਸੁਣਦੇ ਅਤੇ ਸਮਝਦੇ ਹਨ। ਸੋ ਆਪਾਂ ਇਸ ਇੱਕੋ ਵੀਡੀਓ ਦੇ ਮਾਧਿਅਮ ਰਾਹੀਂ ਗੁਰੂ ਪਾਤਸ਼ਾਹ ਜੀ ਦੀ ਜੋ ਇਹਨਾਂ ਦੇ ਨਾਲ ਸੰਬੰਧਿਤ ਗੁਰਬਾਣੀ ਹੈ ਜਾਂ ਇਹਨਾਂ ਦੀ ਬਾਣੀ ਰਚਨਾ ਹੈ ਉਸ ਨੂੰ ਇੱਕੋ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਹੈ। ਸੋ ਅਸੀਂ ਆਸ ਕੀਤੀ ਹੈ ਕਿ ਗੁਰਬਾਣੀ ਦੇ ਸਹੀ ਅਰਥ ਪੜ੍ਹ ਕੇ ਤੁਹਾਨੂੰ ਦੱਸੇ ਜਾਣ, ਅਤੇ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਈ ਗਲਤੀ ਹੋ ਸਕਦੀ ਹੈ, ਉਸ ਲਈ ਖਿਮਾ ਦੇ ਜਾਚਕ ਹਾਂ। ਤੁਹਾਨੂੰ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਗੁਰਬਾਣੀ ਨੂੰ ਪੜ੍ਹਨ ਲੱਗੇ ਅਤੇ ਲਿਖਣ ਲੱਗੇ ਬਹੁਤ ਧਿਆਨ ਦੇਣਾ ਹੈ ਕਿ ਕੋਈ ਵੀ ਚੀਜ਼ ਗਲਤ ਨਾ ਲਿਖੋ। ਅਤੇ ਅੱਗੇ ਅਸੀਂ ਆਸ ਕਰਦੇ ਹਾਂ ਕਿ ਸਾਰੇ ਵਿਦਿਆਰਥੀ ਆਪਣੀ ਪਾਠ ਪੁਸਤਕ ਵਿੱਚੋਂ ਗੁਰਬਾਣੀ ਜ਼ਰੂਰ ਲਿਖਣ, ਸੁਣਨ ਅਤੇ ਪੜ੍ਹਨ ਅਤੇ ਗੁਰਬਾਣੀ ਨਾਲ ਜੁੜਨ ਅਤੇ ਗੁਰਮਰਿਆਦਾ ਅਨੁਸਾਰ ਜਿਹੜਾ ਆਪਣਾ ਜੀਵਨ ਆ ਉਹਨੂੰ ਢਾਲਣ। ਸੋ ਇਹ ਗੁਰਬਾਣੀ ਦਾ ਸਮੁੱਚਾ ਸੰਦੇਸ਼ ਹੈ ਜੀਵਨ ਜਾਂਚ। ਜਿੰਨੇ ਵੀ ਸਾਡੇ ਗੁਰੂ ਸਾਹਿਬਾਨ ਹੋਏ ਨੇ ਬੇਟਾ ਸਾਰਿਆਂ ਨੇ ਜੀਵਨ ਜਾਂਚ ਸਿਖਾਈ ਸਾਨੂੰ ਗੁਰਬਾਣੀ ਦੇ ਮਾਧਿਅਮ ਰਾਹੀਂ ਕਿ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਜੀਵਨ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ। ਸੋ ਇਹ ਤਿੰਨੋਂ ਗੁਰਬਾਣੀਆਂ ਦੇ ਜੋ ਭਾਵ ਅਰਥ ਅਸੀਂ ਪੜ੍ਹੇ ਨੇ, ਸੋ ਉਹਨਾਂ ਦਾ ਅਰਥ ਹੈ ਸਮੁੱਚੇ ਸੰਸਾਰ ਨੂੰ ਚੰਗੇ ਪਾਸੇ ਲਾਉਣਾ, ਚੰਗੀ ਸੇਧ ਦੇਣੀ। ਸੋ ਆਸ ਕਰਦੇ ਹਾਂ 10ਵੀਂ ਕਲਾਸ ਦੇ ਵਿਦਿਆਰਥੀ ਇਹਨਾਂ ਗੁਰਬਾਣੀ ਦੇ ਸ਼ਬਦਾਂ ਸ਼ਲੋਕਾਂ ਤੋਂ ਚੰਗੀ ਸਿੱਖਿਆ ਪ੍ਰਾਪਤ ਕਰਨਗੇ ਅਤੇ ਉਸ ਨੂੰ ਅੱਗੇ ਸਾਂਝੀ ਕਰਨਗੇ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨਗੇ। ਸੋ 10ਵੀਂ ਕਲਾਸ ਨਾਲ ਸੰਬੰਧਿਤ ਹੋਰ ਵਧੇਰੇ ਚੈਪਟਰਾਂ, ਕਵਿਤਾਵਾਂ, ਪਾਠਾਂ, ਵਿਆਕਰਨ ਨਾਲ ਸੰਬੰਧਿਤ ਵੀਡੀਓ ਜਾਂ ਜਾਣਕਾਰੀ ਹਾਸਲ ਕਰਨ ਲਈ ਹਮੇਸ਼ਾ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਉਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ ਐਂਡ ਸਤਿ ਸ਼੍ਰੀ ਅਕਾਲ।